Hello, my dear students. Lesson second, part second. Plants also breathe and feel. Boss now begun the work which has made him famous all over the world. ਬੋਸ ਨੇ ਹੁਣ ਉਹ ਕੰਮ ਸ਼ੁਰੂ ਕੀਤਾ ਜਿਸ ਨੇ ਉਸ ਨੂੰ ਵਿਸ਼ਵ ਵਰਲਡ ਪ੍ਰਸਿੱਧ ਪ੍ਰਸਿੱਧ ਮਤਲਬ ਹੁੰਦਾ ਫੇਮਸ ਵਿਸ਼ਵ ਭਰ ਵਿੱਚ ਪ੍ਰਸਿੱਧ ਕਰ ਦਿੱਤਾ। ਹੀ had from boyhood been interested in animal and plant life, and now his work in physics led him back to his old love। ਉਹ ਲੜਕਪਨ ਬॉयहुड ਤੋਂ ਹੀ ਜੀਵਾਂ ਅਤੇ ਪੌਦਿਆਂ ਦੇ ਜੀਵਨ ਵਿੱਚ ਰੁਚੀ ਰੱਖਦਾ ਸੀ। ਅਤੇ ਹੁਣ ਭੌਤਿਕ ਸ਼ਾਸਤਰ ਵਿੱਚ ਹੋਣ ਵਾਲੇ ਉਸਦੇ ਕੰਮ ਨੇ ਉਸਦੀ ਪੁਰਾਣੀ ਰੁਚੀ ਨੂੰ ਫਿਰ ਤੋਂ ਜਗਾ ਦਿੱਤਾ। He had noticed that his wireless receiver showed signs of tiredness after it had been in use for some time। ਉਸਨੇ ਦੇਖਿਆ ਕਿ ਉਸਦੇ ਵਾਇਰਲੈਸ ਰਿਸੀਵਰ ਨੂੰ ਥਕਾਵਟ ਮਹਿਸੂਸ ਹੋਣ ਲੱਗਦੀ ਹੈ ਜਦੋਂ ਇਸ ਨੂੰ ਕੁਝ ਸਮੇਂ ਤੱਕ ਚੱਲਦੇ ਰੱਖਿਆ ਜਾਂਦਾ ਸੀ। What in some strange way got back its power after being rested। ਪਰ ਅਜੀਬ ਢੰਗ ਨਾਲ ਇਹ ਆਰਾਮ ਕਰਨ ਤੋਂ ਬਾਅਦ ਆਪਣੀ ਪਹਿਲਾਂ ਵਾਲੀ ਸ਼ਕਤੀ ਨੂੰ ਫਿਰ ਤੋਂ ਪ੍ਰਾਪਤ ਕਰ ਲੈਂਦਾ ਸੀ। Here was food for thought। ਇੱਥੇ ਸੋਚਣ ਦੀ ਇੱਕ ਖੁਰਾਕ ਸੀ। The kind of thought from which great discoveries come। ਅਜਿਹੀ ਖੁਰਾਕ ਜਿਸ ਨਾਲ ਮਹਾਨ ਖੋਜਾਂ ਪ੍ਰਾਪਤ ਹੁੰਦੀਆਂ ਹਨ। Until the end of the Middle Ages, the world was looked on its one beautiful unity created by God। ਮੱਧਕਾਲ ਦੇ ਅੰਤ ਤੱਕ ਸੰਸਾਰ ਨੂੰ ਇੱਕ ਸੁੰਦਰ ਇਕਾਈ ਦੇ ਰੂਪ ਵਿੱਚ ਦੇਖਿਆ ਜਾਂਦਾ ਸੀ ਜਿਸ ਦੀ ਰਚਨਾ ਈਸ਼ਵਰ ਨੇ ਕੀਤੀ ਸੀ। Man believed that everything in the world, from man to rock and stones, had its place and purpose। ਮਨੁੱਖ ਦਾ
ਵਿਸ਼ਵਾਸ ਸੀ ਕਿ ਵਿਸ਼ਵ ਦੀ ਹਰੇਕ ਵਸਤੂ ਇਨਸਾਨ ਤੋਂ ਲੈ ਕੇ ਚਟਾਨਾਂ ਅਤੇ ਪੱਥਰਾਂ ਤੱਕ ਆਪਣਾ ਨਿੱਜੀ ਸਥਾਨ ਅਤੇ ਉਦੇਸ਼ ਰੱਖਦੀ ਹੈ। ਰੌਕਸ ਚਟਾਨਾਂ, ਸਟੋਨਸ ਪੱਥਰਾਂ ਬਈ। The discoveries of Galileo and Newton changed the world picture। ਗੈਲੀਲੀਓ ਅਤੇ ਨਿਊਟਨ ਦੀਆਂ ਖੋਜਾਂ ਨੇ ਵਿਸ਼ਵ ਦੀ ਤਸਵੀਰ ਨੂੰ ਬਦਲ ਦਿੱਤਾ। Man began to study each branch of science separately with greater detail, and there developed several different kinds of sciences। ਮਨੁੱਖ ਨੇ ਵਿਗਿਆਨ ਦੀ ਹਰੇਕ ਸ਼ਾਖਾ ਦਾ ਅਲੱਗ-ਅਲੱਗ ਤੌਰ 'ਤੇ ਵਿਸਤ੍ਰਿਤ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਇਸ ਤਰ੍ਹਾਂ ਕਈ ਤਰ੍ਹਾਂ ਦੇ ਵਿਗਿਆਨਾਂ ਦਾ ਵਿਕਾਸ ਹੋਇਆ। Woese, however, recognized a unity among all these different branches of science। ਪਰ ਬੋਸ ਨੇ ਵਿਗਿਆਨ ਦੀਆਂ ਇਨ੍ਹਾਂ ਸਾਰੀਆਂ ਵੱਖ-ਵੱਖ ਸ਼ਾਖਾਵਾਂ ਦੇ ਅੰਦਰ ਸਾਂਝ ਨੂੰ ਪਛਾਣਿਆ। He realized that there was a similarity in the behavior of lifeless and living things। ਉਸਨੇ ਅਹਿਸਾਸ ਕੀਤਾ ਕਿ ਸੰਜੀਵ ਲਿਵਿੰਗ ਨਿਰਜੀਵ ਲਾਈਫਲੈਸ ਥਿੰਗਜ਼ ਵਸਤਾਂ ਦੇ ਵਿਵਹਾਰ ਵਿੱਚ ਸਮਾਨਤਾ ਸਿਮਿਲਰਿਟੀ ਸੀ। It was however not easy to convince others। ਫਿਰ ਵੀ ਦੂਜਿਆਂ ਨੂੰ ਸਹਿਮਤ ਕਰਾਉਣਾ ਆਸਾਨ ਨਹੀਂ ਸੀ। ਕਨਵਿੰਸ ਸਹਿਮਤ। ਪੀਪਲ ਹੋਲਡ ਔਨ ਟੂ ਦੇਅਰ old beliefs and do not like to change them। ਲੋਕ ਆਪਣੇ ਪੁਰਾਣੇ ਵਿਸ਼ਵਾਸਾਂ ਨਾਲ ਚਿੰਬੜੇ ਰਹਿੰਦੇ ਹਨ। ਹੋਲਡ ਔਨ ਚਿੰਬੜੇ ਰਹਿੰਦੇ ਹਨ ਅਤੇ ਉਹਨਾਂ ਨੂੰ ਬਦਲਣਾ ਨਹੀਂ ਚਾਹੁੰਦੇ। ਬੋਸ suggested that the animal, vegetable and mineral kingdoms were one and had a great deal in common। ਬੋਸ ਨੇ ਸੁਝਾਅ ਦਿੱਤਾ ਕਿ ਪ੍ਰਾਣੀ ਐਨੀਮਲਸ
ਵੈਜੀਟੇਬਲ ਬਨਸਪਤੀ ਅਤੇ ਖਣਿਜ ਜਗਤ ਮਿਨਰਲ ਕਿੰਗਡਮ ਸਭ ਇੱਕ ਹਨ ਅਤੇ ਉਹਨਾਂ ਵਿੱਚ ਬਹੁਤ ਕੁਝ ਸਾਂਝਾ ਹੈ, ਕਾਮਨ ਹੈ, ਸਾਂਝਾ ਹੈ, ਕਾਮਨ ਸਾਂਝਾ। ਹੀ said that plants and metals had a life of their own and could become tired, depressed or happy। ਉਸਨੇ ਕਿਹਾ ਕਿ ਪੌਦਿਆਂ ਅਤੇ ਪਸ਼ੂਆਂ ਦਾ ਆਪਣਾ ਇੱਕ ਅਲੱਗ ਜੀਵਨ ਹੁੰਦਾ ਹੈ ਅਤੇ ਉਹ ਥਕਾਵਟ ਟਾਇਰਡ, ਉਦਾਸੀ ਡਿਪਰੈਸਡ ਜਾਂ ਪ੍ਰਸੰਨਤਾ ਹੈਪੀ ਮਹਿਸੂਸ ਕਰਦੇ ਹਨ। ਪੀਪਲ ਲਾਫਡ ਐਟ ਹਿਮ, ਲੋਕ ਉਸ 'ਤੇ ਹੱਸ ਪੈਂਦੇ। ਦੇ ਡਿਡ ਨਾਟ ਟੇਕ ਹਿਮ ਸੀਰੀਅਸਲੀ, ਉਹਨਾਂ ਨੇ ਉਸ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ। ਬੋਸ knew he was right and he proved it। ਬੋਸ ਜਾਣਦਾ ਸੀ ਕਿ ਉਹ ਸਹੀ ਹੈ ਅਤੇ ਉਸਨੇ ਸਿੱਧ ਕਰ ਦਿੱਤਾ। proved ਸਿੱਧ ਕਰਨਾ। to begin with he designed and built a machine which recorded his findings with maximum exactness। ਸਭ ਤੋਂ ਪਹਿਲਾਂ to begin with ਸਭ ਤੋਂ ਪਹਿਲਾਂ ਉਸਨੇ ਅਜਿਹੀ ਮਸ਼ੀਨ ਦਾ ਨਿਰਮਾਣ ਕੀਤਾ ਜੋ ਉਸ ਦੀਆਂ ਖੋਜਾਂ ਨੂੰ ਅਧਿਕਤਮ ਸਟੀਕਤਾ ਐਗਜ਼ੈਕਟਨੈਸ ਸਹੀ, ਮੈਕਸੀਮਮ ਅਧਿਕਤਮ ਸਟੀਕਤਾ ਜਾਂ ਸਹੀਪਣ ਐਗਜ਼ੈਕਟਨੈਸ ਨਾਲ ਰਿਕਾਰਡ ਕਰ ਸਕਦੀ ਸੀ। ਦਿਸ ਵਾਜ਼ ਦ ਕ੍ਰੈਸਕੋਗ੍ਰਾਫ, ਇਹ ਕ੍ਰੈਸਕੋਗ੍ਰਾਫ ਸੀ। ਦ ਅਮੇਜ਼ਿੰਗ ਇੰਸਟਰੂਮੈਂਟ which records the growth of plants। ਇੱਕ ਹੈਰਾਨੀਜਨਕ ਉਪਕਰਨ ਜੋ ਪੌਦਿਆਂ ਦੇ ਵਾਧੇ ਨੂੰ ਰਿਕਾਰਡ ਕਰਦਾ ਹੈ। ਇਟ ਮੈਗਨੀਫਾਈਜ਼ ਦ movement of plants tissue 10,000 times and can record the reaction of plants to manures, noise and other stimuli। ਉਹ ਪੌਦਿਆਂ ਦੇ ਤੰਤੂਆਂ ਦੀ ਗਤੀ ਨੂੰ 10,000 ਗੁਣਾ ਵਧਾ ਕੇ ਦੱਸਦਾ ਹੈ ਅਤੇ ਖਾਦ ਮੈਨਿਊਰ ਖਾਦ, ਨੋਇਸ ਆਵਾਜ਼ ਅਤੇ ਦੂਸਰੇ ਉਤਪ੍ਰੇਰਕ ਸਟਿਮੁਲੀ ਉਤਪ੍ਰੇਰਕ ਪਦਾਰਥਾਂ ਪ੍ਰਤੀ ਪੌਦਿਆਂ ਦੇ ਵਾਧੇ ਨੂੰ ਰਿਕਾਰਡ ਕਰਦਾ ਹੈ। ਦ ਕ੍ਰੈਸਕੋਗ੍ਰਾਫ proved that
Bose had not been wrong. ਕ੍ਰੈਸਕੋਗ੍ਰਾਫ ਨੇ ਸਿੱਧ ਕਰ ਦਿੱਤਾ ਕਿ ਬੋਸ ਗਲਤ ਨਹੀਂ ਸੀ। ਇਟ ਸ਼ੋਡ ਦੈਟ plants have heart and are capable of feeling। ਇਸਨੇ ਦਿਖਾ ਦਿੱਤਾ, ਸ਼ੋਡ ਦਿਖਾਉਣਾ, ਕਿ ਪੌਦਿਆਂ ਦਾ ਦਿਲ ਹੁੰਦਾ ਹੈ ਅਤੇ ਉਹ ਅਨੁਭਵ ਕਰਨ ਦੀ ਸਮਰੱਥਾ ਰੱਖਦੇ ਹਨ। ਕੈਪੇਬਲ, ਸਮਰੱਥਾ। The Crescograph indicated that plants have a keen sight and react to rays of light and wireless waves। ਕ੍ਰੈਸਕੋਗ੍ਰਾਫ ਨੇ ਦਿਖਾਇਆ ਕਿ ਪੌਦਿਆਂ ਦੀ ਦ੍ਰਿਸ਼ਟੀ ਤੇਜ਼ ਹੁੰਦੀ ਹੈ। ਕੀਨ ਸਾਈਟ, ਪਲਾਂਟਸ ਹੈਵ ਅ ਕੀਨ ਸਾਈਟ, ਕੀਨ ਸਾਈਟ ਤੇਜ਼ ਹੁੰਦੀ ਹੈ ਅਤੇ ਉਹ ਪ੍ਰਕਾਸ਼ ਦੀਆਂ ਕਿਰਨਾਂ ਅਤੇ ਬੇਤਾਰ ਤਰੰਗਾਂ ਦੇ ਪ੍ਰਤੀ ਪ੍ਰਤੀਕਿਰਿਆ ਕਰਦੇ ਹਨ। ਰਿਐਕਸ਼ਨ, ਪ੍ਰਤੀਕਿਰਿਆ। ਵਾਇਰਲੈਸ ਵੇਵਜ਼, ਬੇਤਾਰ ਤਰੰਗਾਂ, ਜਿਵੇਂ ਕਹਿ ਲਓ ਮੋਬਾਈਲ ਸਾਡੇ ਚੱਲਦੇ ਆ ਬੇਤਾਰ ਤਰੰਗਾਂ ਦੇ ਨਾਲ। ਬੇਤਾਰ ਤਰੰਗਾਂ। ਦ ਮਸ਼ੀਨ proved that plants have a special sense which tells them of the approach of a stranger। ਇਸ ਮਸ਼ੀਨ ਨੇ ਸਿੱਧ ਕਰ ਦਿੱਤਾ ਕਿ ਪੌਦਿਆਂ ਵਿੱਚ ਇੱਕ ਵਿਸ਼ੇਸ਼ ਚੇਤਨਾ ਸ਼ਕਤੀ, ਸਪੈਸ਼ਲ ਸੈਂਸ, ਵਿਸ਼ੇਸ਼ ਚੇਤਨਾ ਸ਼ਕਤੀ, ਸਪੈਸ਼ਲ ਸੈਂਸ ਹੁੰਦੀ ਹੈ, ਜੋ ਉਹਨਾਂ ਨੂੰ ਨੇੜੇ ਆਉਂਦੇ ਹੋਏ ਕਿਸੇ ਅਜਨਬੀ ਬਾਰੇ ਦੱਸਦੀ ਹੈ। ਸਟ੍ਰੇਂਜਰ, ਅਜਨਬੀ। The story of this great scientist will not be complete without some mention of his concern for India and her people। ਇਸ ਮਹਾਨ ਵਿਗਿਆਨੀ, ਗ੍ਰੇਟ ਸਾਇੰਟਿਸਟ, ਮਹਾਨ ਵਿਗਿਆਨੀ ਦੀ ਕਹਾਣੀ ਉਸਦੀ ਭਾਰਤ ਪ੍ਰਤੀ ਕੰਸਰਨ ਫਾਰ ਇੰਡੀਆ ਅਤੇ ਭਾਰਤ ਦੇ ਲੋਕਾਂ ਪ੍ਰਤੀ ਚਿੰਤਾ ਦੀ ਚਰਚਾ ਕੀਤੇ ਬਿਨਾਂ ਅਧੂਰੀ ਰਹੇਗੀ। He had a deep faith in the intelligence of his countrymen। ਉਸਨੂੰ ਆਪਣੇ ਦੇਸ਼ ਵਾਸੀਆਂ ਦੀ ਬੁੱਧੀਮਤਾ, ਇੰਟੈਲੀਜੈਂਸ ਅਤੇ ਪੂਰਾ ਵਿਸ਼ਵਾਸ ਸੀ। Bose was certain that they were
as capable of doing great things today as their ancestors has done in the past। ਬੋਸ ਨੂੰ ਵਿਸ਼ਵਾਸ ਸੀ ਕਿ ਉਹ ਮਹਾਨ ਕੰਮ ਕਰਨ ਵਿੱਚ ਅੱਜ ਉਨੇ ਹੀ ਸਮਰੱਥ ਹਨ, ਕੈਪੇਬਲ ਹਨ, ਜਿੰਨੇ ਪੁਰਾਤਨ ਕਾਲ ਵਿੱਚ ਉਹਨਾਂ ਦੇ ਪੂਰਵਜ ਐਨਸੈਸਟਰ ਹੋਇਆ ਕਰਦੇ ਸਨ। In an address at a convocation of the University of Mysore in November 1927, Sir Jagdish Chandra Bose spoke about India's glory in the past and declared that it was action and not idealness that was responsible for that glory। ਨਵੰਬਰ 1927 ਵਿੱਚ ਮੈਸੂਰ ਯੂਨੀਵਰਸਿਟੀ ਦੇ ਕਨਵੋਕੇਸ਼ਨ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਜਗਦੀਸ਼ ਚੰਦਰ ਨੇ ਭਾਰਤ ਦੇ ਪ੍ਰਾਚੀਨ ਗੌਰਵ ਇੰਡੀਆਜ਼ ਗਲੋਰੀ ਇਨ ਦਾ ਪਾਸਟ ਦਾ ਵਰਣਨ ਕੀਤਾ ਅਤੇ ਘੋਸ਼ਣਾ ਕੀਤੀ ਕਿ ਉਸ ਦਾ ਗੌਰਵ ਜ਼ਿੰਮੇਵਾਰ ਕਰਮ ਸੀ, ਨਾ ਕਿ ਆਲਸ। He believed that there could be no happiness for a single person unless it had been one for all। ਉਸ ਦਾ ਵਿਸ਼ਵਾਸ ਸੀ ਕਿ ਜਦੋਂ ਤੱਕ ਪ੍ਰਸੰਨਤਾ ਸਭ ਦੇ ਲਈ ਹਾਸਲ ਨਹੀਂ ਕੀਤੀ ਜਾਂਦੀ, ਇੱਕ ਇਕੱਲਾ ਵਿਅਕਤੀ ਪ੍ਰਸੰਨ ਨਹੀਂ ਰਹਿ ਸਕਦਾ ਸੀ। ਐਂਡ this great scientist wanted his countrymen to have undying hope and faith in the future। ਅਤੇ ਇਹ ਮਹਾਨ ਵਿਗਿਆਨੀ ਚਾਹੁੰਦਾ ਸੀ ਕਿ ਉਸ ਦੇ ਦੇਸ਼ ਵਾਸੀਆਂ ਵਿੱਚ ਭਵਿੱਖ ਲਈ ਅਨੰਤ ਆਸ ਅਤੇ ਵਿਸ਼ਵਾਸ ਭਰਿਆ ਰਹੇ। ਥੈਂਕ ਯੂ।